बिस्मिल्लाहिर्रहमानिर्रहीम। अस्सलामुअलैकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे वीलॉग दे विच तुहानूं मैं दसांगा कि कराची दे विच जिहड़ा मुस्तफा आमर लड़का सी ओह जिहड़ा कतल होया सी ਉਹਦੇ ਮੁਤਲਕ ਬੜੀਆਂ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਉਹ ਕਿਹੜੀਆਂ ਗੱਲਾਂ ਨੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਾ। ਤੇ ਲਓ ਜੀ, ਜੇ ਚੈਨਲ ਤੇ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ। ਇਹ ਵਾਕਿਆ 6 ਜਨਵਰੀ ਦਾ ਸੀ ਕਿ ਜਦੋਂ ਮੁਸਤਫਾ ਆਮਰ ਆਪਣੇ ਘਰੋਂ ਨਿਕਲਦਾ 6 ਜਨਵਰੀ ਨੂੰ ਅਰਮਗਾਨ ਜਿਹੜਾ ਉਹਨੂੰ ਕਾਲ ਕਰਦਾ, ਆਪਣੇ ਕੋਲ ਬੁਲਾ ਲੈਂਦਾ। ਬੁਲਾ ਕੇ ਇਹ ਤਿੰਨੇ ਦੋਸਤ, ਇੱਕ ਸੀ ਅਰਮਗਾਨ, ਇੱਕ ਮੁਸਤਫਾ ਆਮਰ, ਦੂਸਰਾ ਸੀ ਸ਼ਿਰਾਜ਼ ਬੁਖਾਰੀ, ਇਹ ਤਿੰਨੋਂ ਦੋਸਤ ਉਹ ਦੱਸਦੇ ਨੇ, ਦੋ ਚੌਕੀਦਾਰ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਉਹ ਕਿ ਤਿੰਨੋਂ ਦੋਸਤ ਇਕੱਠੇ ਬੈਠੇ ਸੀ ਪਿਛਲੇ ਕਮਰੇ ਦੇ ਵਿੱਚ। ਇਹ ਜਿਹੜਾ ਮੁਸਤਫਾ ਆਮਰ ਆਪਣੀ ਗੱਡੀ ਤੇ ਆਇਆ ਸੀ ਇਹਨਾਂ ਦੇ ਕੋਲ ਤੇ ਇਹ ਕਾਫੀ ਬਚਪਨ ਦੇ ਯਾਰ ਦੋਸਤ ਸੀ। ਦੱਸਦੇ ਨੇ ਕਿ ਅਰਮਗਾਨ ਤੇ ਸ਼ਿਰਾਜ਼ ਜਿਹੜਾ ਸੀ ਬੁਖਾਰੀ ਇਹ ਇਕੱਠੇ ਦੋਸਤ ਸੀ ਬਚਪਨ ਦੇ ਤੇ ਇਹ ਇੱਕ ਤੋਂ ਲਾ ਕੇ 8ਵੀਂ ਜਮਾਤ ਤੱਕ ਇਕੱਠੇ ਹੀ ਪੜ੍ਹੇ ਨੇ। ਤੇ ਜਿਹੜਾ ਮੁਸਤਫਾ ਆਮਰ ਸੀ ਇਹ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਇਸ ਗੈਂਗ ਦੇ ਵਿੱਚ ਸ਼ਾਮਲ ਹੋਇਆ ਸੀ। ਇਹ ਵੀ ਇਹਨਾਂ ਦਾ ਕਲਾਸ ਫੈਲੋ ਹੀ ਸੀ। ਤੇ ਦੱਸਦੇ ਨੇ ਕਿ ਇਹਨਾਂ ਦੇ ਦਰਮਿਆਨ ਜਿਹੜਾ ਇਖਤਲਾਫਾਤ ਸ਼ੁਰੂ ਹੋਇਆ, ਕੋਈ ਇੱਕ ਲੜਕੀ ਸੀ, ਉਹ ਲੜਕੀ ਜਿਹੜੀ ਸੀ ਅਰਮਗਾਨ ਦੇ ਨਾਲ ਵੀ ਸੀ ਤੇ ਨਾਲ ਇਹ ਜਿਹੜਾ ਮੁਸਤਫਾ ਆਮਰ ਸੀ ਇਹਦੇ ਨਾਲ ਵੀ ਸੀ। ਇਹ ਮੁਸਤਫਾ ਆਮਰ ਜਿਹੜਾ ਨਾ ਬਹੁਤ ਸੋਹਣਾ ਸੀ, ਖੂਬਸੂਰਤ ਸੀ ਤੇ ਉਹ ਲੜਕੀ ਦਾ ਜ਼ਿਆਦਾ ਝੁਕਾਓ ਇਧਰ ਨੂੰ ਹੋਏਗਾ, ਜਿਹਦੀ ਵਜ੍ਹਾ ਨਾਲ ਇਹ ਗੱਲ ਅਰਮਗਾਨ ਨੂੰ ਜਿਹੜੀ ਅੱਛੀ ਨਹੀਂ ਸੀ ਲੱਗਦੀ ਹੈਗੀ। ਅਰਮਗਾਨ ਨੇ 6 ਜਨਵਰੀ ਨੂੰ ਫਿਰ ਫੋਨ ਕਰਕੇ ਇਹਨੂੰ ਆਪਣੇ ਡਿਫੈਂਸ ਵਾਲੇ ਬੰਗਲੇ ਤੇ ਬੁਲਵਾਇਆ ਔਰ ਉੱਥੇ ਇਹ ਤਿੰਨੋਂ ਦੋਸਤ ਬਹਿ ਗਏ। ਉੱਥੇ ਫਿਰ ਗੱਲਾਂ ਕਰਦਿਆਂ ਤੂੰ ਮੈਂ ਸ਼ੁਰੂ ਹੋ ਗਈ ਤੇ ਆਪਸ ਵਿੱਚ ਉੱਥੇ ਹਾਥਾਪਾਈ ਹੋ ਗਈ ਸ਼ੁਰੂ। ਦੱਸਦੇ ਨੇ ਕਿ ਸ਼ਿਰਾਜ਼ ਨੇ ਜਿਹੜੇ ਇਨਕਸ਼ਾਫਾਤ ਕੀਤੇ ਨੇ ਉਹ ਬਹੁਤ ਅਨੋਖੀ ਕਿਸਮ ਦੇ ਨੇ। ਜਦੋਂ ਪੁਲਿਸ ਨੇ ਉਹਨੂੰ ਪੁੱਛਗਿੱਛ ਕੀਤੀ, ਉਹਨੂੰ ਪੁੱਛਿਆ, ਸ਼ਿਰਾਜ਼ ਬੁਖਾਰੀ ਜਿਹੜਾ ਦੱਸਦਾ ਕਿ ਅਸੀਂ ਇਹਨੂੰ ਬੜੇ ਉਹ ਇੱਕ ਲੋਹੇ ਦੇ ਰਾੜ ਨਾਲ ਮਾਰਦੇ ਰਹੇ, ਇੰਨਾ ਮਾਰਿਆ ਕਿ ਉੱਥੇ ਜਿਹੜਾ ਕਾਰਪਟ ਵਿਛਿਆ ਹੋਇਆ ਸੀ ਉਹਦੇ ਉੱਤੇ ਖੂਨ ਦੇ ਛਿੱਟੇ ਬਹੁਤ ਜ਼ਿਆਦਾ ਪੈ ਗਏ। ਜਿਸ ਵੇਲੇ ਇਹਨੂੰ ਮਾਰਿਆ ਬਹੁਤ ਜ਼ਿਆਦਾ ਇਹ ਬੇਹੋਸ਼ ਹੋ ਗਿਆ। ਅਸੀਂ ਹੁਣ ਸੋਚਿਆ ਕਿ ਇਹਨੂੰ ਕਿਵੇਂ ਟਿਕਾਣੇ ਲਾਈਏ ਤੇ ਉਹ ਦੋ ਚੌਕੀਦਾਰ ਜਿਹੜੇ ਬੰਦੇ ਫੜੇ ਨੇ ਜਿਨ੍ਹਾਂ ਨੇ ਖੂਨ ਵਗੈਰਾ ਸਾਫ਼ ਕੀਤਾ ਤੇ ਉਹ ਦੱਸਦੇ ਨੇ ਕਿ ਇਹ ਸ਼ਿਰਾਜ਼ ਤੇ ਇਹ ਅਰਮਗਾਨ ਤੇ ਇਹ ਮੁਸਤਫਾ ਤਿੰਨੋਂ ਸੀ। ਤੇ ਫਿਰ ਸ਼ਿਰਾਜ਼ ਨੂੰ ਪਕੜ ਕੇ ਸਾਰੀ ਉਹਦੇ ਕੋਲੋਂ ਤਫਸੀਲਾਤ ਲਈ ਸ਼ਿਰਾਜ਼ ਨੇ ਫਿਰ ਦੱਸਿਆ ਕਿ ਪਹਿਲਾਂ ਅਸੀਂ ਇਹਨੂੰ ਮਾਰਿਆ, ਜਿਸ ਵੇਲੇ ਬੇਹੋਸ਼ ਹੋ ਗਿਆ ਸੀ ਕਿ ਹੁਣ ਇਹਨੂੰ ਕਿਤੇ ਸੁੱਟ ਆਈਏ। ਪਹਿਲਾਂ ਤਾਂ ਇਹਨੇ ਇਹ ਬਿਆਨ ਦਿੱਤਾ ਸੀ ਨਾ ਅਰਮਗਾਨ ਨੇ, ਜਦੋਂ ਪੁਲਿਸ ਨੇ ਫੜਿਆ, ਕਿ ਅਸੀਂ ਇਹਨੂੰ ਮਲੀਰ ਨਦੀ ਦੇ ਵਿੱਚ ਸੁੱਟ ਦਿੱਤਾ ਸੀ। ਲੇਕਿਨ ਹੁਣ ਮਜ਼ੀਦ ਜਦੋਂ ਸ਼ਿਰਾਜ਼ ਨੂੰ ਫੜਿਆ ਨਾ ਦੂਸਰੇ ਬੰਦੇ ਨੂੰ ਤੇ ਫਿਰ ਸਹੀ ਵਾਜ਼ੇ ਗੱਲ ਹੋਈ। ਸ਼ਿਰਾਜ਼ ਬੁਖਾਰੀ ਨੇ ਸਾਰਾ ਫਿਰ ਸੱਚ ਉਗਲਿਆ। ਉਹਨੇ ਦੱਸਿਆ ਅਸੀਂ ਫਿਰ ਇਹਨੂੰ ਇਹਦੀ ਗੱਡੀ ਦੇ ਵਿੱਚ ਹੀ ਡਿੱਗੀ ਦੇ ਵਿੱਚ ਪਾ ਕੇ ਤੇ ਅਸੀਂ ਹੱਬ ਚੌਕੀ ਲੈ ਗਏ। ਹੱਬ ਚੌਕੀ ਤਕਰੀਬਨ ਕਰਾਚੀ ਤੋਂ 2-2.5 ਘੰਟੇ ਦਾ ਸਫ਼ਰ ਆ, ਬਲੋਚਿਸਤਾਨ ਦਾ ਇਲਾਕਾ। ਉੱਥੇ ਹੱਬ ਚੌਕੀ ਵਾਲੀ ਸਾਈਡ ਤੇ ਲੈ ਗਏ। ਉੱਥੇ ਪਹਾੜੀ ਇਲਾਕੇ ਦੇ ਵਿੱਚ ਲਿਜਾ ਕੇ ਅਸੀਂ ਇਹਦੀ ਗੱਡੀ ਨੂੰ ਜਿਸ ਵੇਲੇ ਉਥੋਂ ਖੜੀ ਕਰਕੇ ਡਿੱਗੀ ਚੋਂ ਇਹਨੂੰ ਕੱਢਣ ਲੱਗੇ, ਦੇਖਿਆ ਵੀ ਇੱਥੋਂ ਸੁੱਟ ਦਿੰਦੇ ਆ ਤੇ ਹਜੇ ਨਾ ਇਹਦੀਆਂ ਸਾਂਸਾਂ ਜਿਹੜੀਆਂ ਚੱਲ ਰਹੀਆਂ ਸੀ, ਸਾਹ ਹਜੇ ਇਹ ਲੈ ਰਿਹਾ ਸੀ। ਤੇ ਅਰਮਗਾਨ ਕਹਿੰਦਾ ਯਾਰ ਇਹ ਤਾਂ ਹਜੇ ਸਾਹ ਲੈ ਰਿਹਾ, ਜ਼ਿੰਦਾ ਆ, ਤੇ ਕਿਉਂ ਨਾ ਇਹਨੂੰ ਇਸ ਤਰ੍ਹਾਂ ਕਰੀਏ ਕਿ ਗੱਡੀ ਚੋਂ ਪੈਟਰੋਲ ਕੱਢ ਕੇ ਤੇ ਪੈਟਰੋਲ ਛਿੜਕੀਏ ਤੇ ਇਹਨੂੰ ਅੱਗ ਲਾ ਦਈਏ। ਉਹਨਾਂ ਨੇ ਕਿਹਾ ਇਹ ਵੀ ਗੱਲ ਠੀਕ ਆ, ਮੁੱਦਾ ਹੀ ਮੁਕਾ ਦਿਓ। ਅਰਮਗਾਨ ਨੇ ਫਿਰ ਉਹਦੇ ਚੋਂ ਗੱਡੀ ਚੋਂ ਪੈਟਰੋਲ ਕੱਢ ਕੇ ਗੱਡੀ ਤੇ ਸੁੱਟਿਆ ਤੇ ਉਹਦੀ ਲਾਸ਼ ਨੂੰ ਗੱਡੀ ਸਮੇਤ ਅੱਗ ਲਾਤੀ। ਇਸ ਤਰ੍ਹਾਂ ਉਹਦੀ ਗੱਡੀ ਨੂੰ ਜਲਾ ਦਿੱਤਾ ਗਿਆ। ਤੇ ਉਸ ਤੋਂ ਬਾਅਦ ਇਸ ਵਾਕਿਏ ਦਾ ਜਿਸ ਵੇਲੇ ਉੱਥੇ ਮੁਕਾਮੀ ਪੁਲਿਸ ਨੂੰ ਹੱਬ ਚੌਕੀ ਵਾਲਿਆਂ ਨੂੰ ਪਤਾ ਲੱਗਾ, ਉਹਨਾਂ ਨੇ ਇਸ ਗੱਡੀ ਨੂੰ ਪਕੜ ਕੇ ਔਰ ਉਸ ਬੰਦੇ ਦੀ ਲਾਸ਼ ਨੂੰ ਬਰਾਮਦ ਕਰਕੇ ਨਾਮਾਲੂਮ ਕਰਕੇ ਤੇ ਦਫਨਾ ਦਿੱਤਾ ਅਮਾਨਤਨ। ਈਦੀ ਵਾਲਿਆਂ ਨੂੰ ਉਹ ਲਾਸ਼ ਦੇ ਦਿੱਤੀ ਸੀ। ਫਿਰ
क्योंकि इन्होंने पता नहीं सी लगता ना गड्डी का नंबर ना कागज पे किहदे नां आया गड्डी। ते ये पुलिस ने पकड़ के ईदी वालियां ने फिर लाश देती सी ते इहनूं फिर उत्थे अमरतन दफना दिता गया सी। ते उस तो बाद फिर जिस वेले ਇਹ ਸ਼ਰਾਜ਼ ਨੂੰ ਪੁੱਛਿਆ ਪਕੜਿਆ, ਸ਼ਰਾਜ਼ ਨੇ ਫਿਰ ਦੱਸਿਆ ਕਿ ਅਸੀਂ ਫਲਾਂ ਜਗ੍ਹਾ ਤੇ ਗੱਡੀ ਲੈ ਕੇ ਗਏ ਸੀ। ਫਿਰ ਜਿਸ ਵੇਲੇ ਸ਼ਰਾਜ਼ ਨੂੰ ਲੈ ਕੇ ਉਸ ਮੌਕੇ ਤੇ ਪਹੁੰਚੇ, ਉਸ ਇਲਾਕੇ ਦੀ ਜਿਹੜੀ ਪੁਲਿਸ ਸੀ ਫਿਰ ਉਹਨਾਂ ਕੋਲੋਂ ਪੁੱਛਿਆ, ਉਸ ਇਲਾਕੇ ਦੀ ਪੁਲਿਸ ਨੇ ਦੱਸਿਆ ਕਿ ਹਾਂਜੀ ਸਾਨੂੰ ਇੱਕ ਗੱਡੀ ਮਿਲੀ ਆ, ਅਸੀਂ ਲਾਸ਼ ਵੀ ਮਿਲੀ ਸੀ, ਈਦੀ ਵਾਲੇ ਨੂੰ ਦੇ ਕੇ ਦਫਨਾਤਾ ਸੀ। ਫਿਰ ਉਹ ਹੁਣ ਜਿਹੜੇ ਉੱਥੇ ਦੇ ਕਰਾਚੀ ਦੇ DIG ਨੇ ਮੁਕੱਦਸ हैदर साहब, ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਔਰ ਉਹਨੇ ਉਹ ਸਾਰੀਆਂ ਗੱਲਾਂ ਦੱਸੀਆਂ ਕਿ ਸ਼ਰਾਜ਼ ਕੋਲੋਂ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਿਆ। ਤੇ ਤੁਸੀਂ ਦੇਖੋ ਕਿੰਨੇ ਯਾਰ ਦੋਸਤ ਨੇ, ਬੰਦਾ ਇਕੱਠਿਆਂ ਕਾਰੋਬਾਰ ਕਰਦੇ ਨੇ, ਬਚਪਨ ਇਕੱਠਿਆਂ ਗੁਜ਼ਾਰਿਆ। ਫਿਰ ਇਹਨਾਂ ਦਾ ਜਿਹੜਾ ਨੈਟਵਰਕ ਸੀ ਨਾ, ਇੱਕ ਬਹੁਤ ਬੜਾ ਨੈਟਵਰਕ ਸੀ। ਦੱਸਦੇ ਨੇ ਕ੍ਰਿਪਟੋ ਕਰੰਸੀ ਜਿਹੜੀ ਇਹ ਵੀ ਨੈਟਵਰਕ ਚਲਾਉਂਦੇ ਸੀ। ਤੇ ਜਿਹੜਾ ਇਹ ਸੀ ਮੁਸਤਫਾ ਆਮਰ, ਇਹ ਕਾਲ ਸੈਂਟਰ ਤੇ ਬਹਿੰਦਾ ਹੁੰਦਾ ਸੀ। ਤੇ ਦੱਸਦੇ ਨੇ ਕਿ ਇਹ ਇੱਕ ਦਿਹਾੜੀ ਦੇ ਵਿੱਚ 1.5 ਕਰੋੜ ਤੋਂ 1.5 ਕਰੋੜ ਇਨਕਮ ਸੀ ਇਹਨਾਂ ਦੀ। ਯਾਰ ਇਹ ਕਿਹੜਾ ਸਿਸਟਮ ਸੀ ਐਸਾ ਜਿਹਦੇ ਵਿੱਚ ਇੱਕ ਮਹੀਨੇ ਦੀ ਨਹੀਂ ਬਲਕਿ ਇੱਕ ਦਿਨ ਦੀ 1 ਕਰੋੜ ਜਾਂ 1.5 ਕਰੋੜ ਇਨਕਮ ਹੋਵੇ। ਤੇ ਇਹ ਇਹਨਾਂ ਕੋਲੋਂ ਪਤਾ ਨਹੀਂ ਕਿੱਥੋਂ ਦਿਮਾਗ ਇੰਨਾ ਆਇਆ ਕਿ ਯਾਰ ਅਜੇ ਯੰਗ ਮੁੰਡੇ ਸੀ ਤੇ ਇਹ ਕਿਤੋਂ ਦੀ ਕਿਤੇ ਪਹੁੰਚ ਗਏ। ਤੇ ਇਹਨਾਂ ਨੇ 35-40 ਜਿਹੜੇ ਨੇ ਦੱਸਦੇ ਨੇ ਗਨਮੈਨ ਰੱਖੇ ਨੇ ਤੇ ਮੁxtਲਫ ਕਿਸਮ ਦੀਆਂ ਮਹਿੰਗੀਆਂ ਕਿਸਮ ਦੀਆਂ ਗੱਡੀਆਂ ਖੜੀਆਂ ਇਹਦੇ ਕੋਲ। ਤੇ ਪੁਲਿਸ ਵਾਲੇ ਵੀ ਦੱਸਦੇ ਨੇ ਇਸੇ ਵਾਸਤੇ ਇਹਦੇ ਤੇ ਹੱਥ ਨਹੀਂ ਸੀ ਪਾਉਂਦੇ ਹੈਗੇ। ਉਹ ਫਿਰ CIA ਕੋ ਕੇਸ ਚਲਾ ਗਿਆ ਜਦੋਂ ਅਗਵਾ ਬਰਾਏ ਤਵਾਨ ਦਾ ਪਰਚਾ, यानी अगवा बराए तावान दसिया गया 25-26 तरीक ਨੂੰ जनवरी ਨੂੰ। ਤੇ ਫਿਰ ਉਹ CIA ਕੋ ਕੇਸ ਜਿਸ ਵੇਲੇ ਗਿਆ, ਫਿਰ CIA ਨੇ CPL ਦੇ ਨਾਲ ਰਲ ਕੇ ਤੇ ਫਿਰ ਇਨਵੈਸਟੀਗੇਸ਼ਨ ਕੀਤੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਫਿਰ ਇਹ ਜਿਹੜਾ ਸ਼ਹਿਰਾਜ਼ ਸੀ ਨਾ, ਇਹ ਬੰਦਾ ਫਿਰ ਪਕੜਿਆ ਗਿਆ। ਇਹਨੇ ਫਿਰ ਹਰ ਗੱਲ ਜਿਹੜੀ ਆ ਉਗਲੀ ਆ। ਅਰਮਗਾਨ ਨੇ ਕੋਈ ਗੱਲ ਨਹੀਂ ਦੱਸੀ ਤੇ ਅਰਮਗਾਨ ਨੂੰ ਫਿਰ ਦੇ ਲੋ ਪੁਲਿਸ ਜਿਸ ਵੇਲੇ ਲੈ ਕੇ ਗਏ ਸੀ ਇੱਕ ਰੋਜ਼ਾ ਜਿਸਮਾਨੀ ਰਿਮਾਂਡ ਤੋਂ ਬਾਅਦ, ਉਹ ਮੰਨ ਗਿਆ ਸੀ ਉਹਦਾ ਅਰਮਗਾਨ ਕਿ ਮੈਂ ਮਾਰਿਆ, ਉਹਨੂੰ ਮਲੀਰ ਨਦੀ ਦੇ ਵਿੱਚ ਸੁੱਟ ਦਿੱਤਾ। ਲੇਕਿਨ ਉਹ ਵੀ ਉਹਨੇ ਝੂਠ ਬੋਲਿਆ। ਹੁਣ ਜਿਹੜੀ ਆ ਪੁਲਿਸ ਕਹਿੰਦੀ ਆ ਕਿ ਅਸੀਂ ਇਹਦੇ ਵਾਸਤੇ FIR ਦਰਜ ਕਰਾਂਗੇ ਔਰ ਕਬਰ ਕੁਸ਼ਾਈ ਵਾਸਤੇ ਆਰਡਰ ਲਵਾਂਗੇ ਔਰ ਫਿਰ ਉਹਦੇ DNA ਟੈਸਟ ਕਰਾਂਗੇ। ਪੁਲਿਸ ਨੇ ਇਹ ਵੀ ਦੱਸਿਆ ਸੀ ਕਿ ਉਹ ਜਿਹੜੇ DNA ਟੈਸਟ ਅਸੀਂ ਦੀ ਅੰਮੀ ਦਾ ਵੀ ਲਿਆ ਔਰ ਜਿਹੜਾ ਖੂਨ ਦੇ ਕਤਰੇ ਉਹ ਕਾਰਪੈਟ ਤੇ ਗਿਰੇ ਸੀ ਉੱਥੋਂ ਉਹ ਵੀ ਲੈ ਕੇ ਮੈਚ ਕੀਤਾ, ਉੱਥੋਂ ਵੀ ਇਹਨਾਂ ਦਾ DNA ਟੈਸਟ ਮਿਲਦਾ ਸੀ। ਔਰ ਆਖਰੀ ਟਾਈਮ ਉਹਨਾਂ ਨੇ ਮੋਬਾਈਲ ਫੋਨ ਵੀ ਉੱਥੋਂ ਮਿਲਿਆ ਜਿਹੜਾ ਬਹੁਤ ਜ਼ਿਆਦਾ ਉਹਦੇ ਤੋਂ ਮਦਦ ਮਿਲੀ। ਦੱਸਦੇ ਨੇ ਪੁਲਿਸ ਵਾਲੇ DIG ਜਿਹੜੇ ਮੁਕੱਦਸ हैदर ਸਾਹਿਬ ਨੇ, ਉਹਨਾਂ ਨੇ ਸਾਰੀ ਇੰਟਰਵਿਊ ਦੇ ਵਿੱਚ ਇਹ ਗੱਲਾਂ ਦੱਸੀਆਂ ਨੇ। ਤੇ ਹੁਣ DIG ਮੁਕੱਦਸ हैदर ਸਾਹਿਬ ਕਹਿੰਦੇ ਨੇ ਅਸੀਂ ਉੱਤੇ ਹਾਈ ਕੋਰਟ ਜਾਵਾਂਗੇ, 2 ਰੁਕਨੀ ਬੈਂਚ ਆ, ਉਹਦੇ ਕੋ ਅਪੀਲ ਦਾਇਰ ਕਰਾਂਗੇ, ਉੱਥੋਂ ਇਹਦਾ ਫਿਰ ਜਿਸਮਾਨੀ ਰਿਮਾਂਡ ਲਵਾਂਗੇ। ਬਾਕੀ ਗੱਲਾਂ ਫਿਰ ਬਾਅਦ ਦੇ ਵਿੱਚ ਨਿਕਲਣਗੀਆਂ। ਤੁਸੀਂ ਦੇਖੋ ਯਾਰ ਇਹ ਕਿੱਡੇ ਹੁਸ਼ਿਆਰ ਬੱਚੇ ਸੀ ਤੇ ਉਮਰਾਂ ਵੀ ਇਹਨਾਂ ਦੀਆਂ ਕੋਈ ਏਡੀਆਂ ਖਾਸ ਨਹੀਂ ਸੀ, ਲੇਕਿਨ ਪਤਾ ਨਹੀਂ ਕਿੱਦਾਂ ਇਹ ਕਰੋੜ ਤੋਂ 1.5 ਕਰੋੜ ਮਹੀਨੇ ਦੇ ਵਿੱਚ ਨਹੀਂ ਇੱਕ ਦਿਨ ਦਾ ਕਮਾਉਂਦੇ ਸੀ। ਤੇ ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। ਇਹ ਸੀ ਅੱਜ ਦਾ ਵਲੌਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅਸਲਾਮੁ ਅਲੈਕੁਮ ਵ ਰਹਿਮਤੁல்லாਹਿ ਵ ਬਰਕਾਤੁਹੂ।